ਸਤਿਪੁਰਖਾਂ ਨੇ ਧਰਮ ਦੇ ਵੀ ਖੰਡ ਕੀਤੇ ਹੋਏ ਹਨ। ਚਾਰ ਪੜਾਅ ਕਹਿ ਲਓ, ਪੌੜੇ ਕਹਿ ਲਓ, ਕਿਸੇ ਨੇ 5, ਸਨਾਤਨ ਧਰਮ ਦੇ ਵਿੱਚ 8 ਹਨ। ਤੇ ਅਲੱਗ-ਅਲੱਗ ਖੰਡ ਦੇ ਵਿੱਚ ਜਦੋਂ ਕੋਈ ਹੁੰਦਾ ਹੈ ਤੇ ਜਿਹੜੇ ਖੰਡ ਦੇ ਵਿੱਚ ਹੁੰਦਾ ਹੈ, ਭਾਵ ਕਿ ਜਿਹੜੇ ਪੌੜੇ ਤੇ ਹੁੰਦਾ ਹੈ, ਤੇ ਉੱਥੇ ਦੀ ਹੀ ਗੱਲ ਉਹਨੂੰ ਸਮਝ ਵਿੱਚ ਆਉਂਦੀ ਹੈ। ਇਸੇ ਕਾਰਨ ਹੀ ਸਤਿਪੁਰਖਾਂ ਨੇ ਹਰ ਅਵਸਥਾ ਵਾਲੇ ਨੂੰ ਉਪਦੇਸ਼ ਦਿੱਤਾ ਹੈ। ਤੇ ਜਿਹੜੇ ਪਹਿਲ ਧਰਮ ਦੀ ਯਾਤਰਾ ਸ਼ੁਰੂ ਕਰਦੇ ਹਨ, ਉਹਨਾਂ ਨੂੰ ਮੰਗਣ ਵਾਸਤੇ ਵੀ ਕਿਹਾ ਵੀ ਜੋ ਮੰਗੋਗੇ ਉਹ ਮਿਲੇਗਾ। ਕਈ ਮੰਗ ਤੋਂ ਹੀ ਸ਼ੁਰੂ ਕਰਦੇ ਹਨ ਧਰਮ। ਫਿਰ ਅੱਗੇ ਜਾਪ ਕਰਨ ਵਾਲਿਆਂ ਨੂੰ ਜਾਪ ਕਰਨ ਵਾਸਤੇ ਦੱਸਿਆ ਹੈ। ਬਾਣੀ ਪੜ੍ਹਨ ਵਾਲਿਆਂ ਨੂੰ ਬਾਣੀ ਪੜ੍ਹਨ ਵਾਸਤੇ ਦੱਸਿਆ ਹੈ। ਫਿਰ ਅੱਗੇ ਸਿਮਰਨ ਕਰਨ ਵਾਸਤੇ ਵੀ ਦੱਸਿਆ ਹੈ। ਫਿਰ ਅੱਗੇ ਧਿਆਨ ਕਰਨ ਵਾਸਤੇ ਵੀ ਦੱਸਿਆ ਹੈ। ਤੇ ਲਹਿਦਾ ਉਪਦੇਸ਼ ਹਨ। ਪਰ ਜਿਹੜਾ ਇਹ ਸੰਸਾਰ ਵਿੱਚ ਹੀ ਹੈ, ਜੋ ਇਹ ਯਾਤਰਾ ਕਰ ਰਿਹਾ ਹੈ, ਤੋ ਦੂਸਰਿਆਂ ਨੂੰ ਜੋ ਪਿੱਛੇ ਕਹਿ ਗਏ ਹਨ, ਉਹਨਾਂ ਦੇ ਮਹਾਂਪੁਰਸ਼ ਕਹਿ ਗਏ ਹਨ, ਉਹਨਾਂ ਦੀਆਂ ਗੱਲਾਂ ਦੱਸਦੇ ਰਹਿੰਦੇ ਹਨ ਜ਼ਿਆਦਾਤਰ ਇਹ ਸੰਪਰਦਾਈ ਲੋਕ, ਵੀ ਸਾਡੇ ਮਹਾਂਪੁਰਸ਼ ਖੇੜੇ ਵਾਲੇ ਇਹ ਕਹਿ ਗਏ ਹਨ। ਤੇ ਉਹਨਾਂ ਦੀਆਂ ਕਥਾ ਕਹਾਣੀਆਂ ਵਧਾ ਚੜਾ ਕੇ ਬੜੇ ਬਿਆਨ ਕਰਦੇ, ਤੇ ਉਸ ਢੰਗ ਦੇ ਨਾਲ ਦੱਸਦੇ ਰਹਿੰਦੇ ਨੇ। ਉਹ ਕਹਿ ਗਏ ਸਾਡੇ ਮਹਾਂਪੁਰਸ਼। ਕਈਆਂ ਨੂੰ ਮੋਹ ਹੁੰਦਾ ਹੈ ਸੰਪਰਦਾ ਦੇ ਨਾਲ, ਤੇ ਉਸ ਢੰਗ ਨਾਲ ਮੰਨਦੇ ਆ। ਜਾਂ ਸਾਡੇ ਗੁਰੂਆਂ ਨੇ ਇਹ ਕਿਹਾ ਹੈ। ਹੁਣ ਗੁਰੂਆਂ ਨੇ ਤੇ ਲਹਿਦਾ ਅਵਸਥਾ ਦੇ ਹਿਸਾਬ ਨਾਲ ਕਿਹਾ, ਪਰ ਕਿਹਨੂੰ ਕਿਹੜੀ ਡੋਜ਼ ਦੇਣੀ ਹੈ, ਕਿਹੜੇ ਸਾਧਕ ਦੀ ਕਿਹੜੀ ਅਵਸਥਾ ਹੈ, ਉਹ ਉਹਨਾਂ ਚਿਰ ਪਤਾ ਨਹੀਂ ਲੱਗਦਾ ਹੈ ਜਿੰਨਾ ਚਿਰ ਇਹ ਸਾਰੀਆਂ ਅਵਸਥਾਵਾਂ ਤੋਂ ਕੋਈ ਪਾਰ ਨਹੀਂ ਗਿਆ ਹੈ। ਤੇ ਜਿਹੜਾ ਜੇ ਕਿਸੇ ਅਵਸਥਾ ਦੇ ਵਿੱਚ ਹੈ, ਸਾਧਨਾ ਕਰ ਰਿਹਾ ਹੈ, ਤਾਂ ਉਹਨੂੰ ਉੱਦਾਂ ਹੀ ਚੰਗਾ ਲੱਗਦਾ ਹੈ ਵੀ ਇਹੋ ਹੀ ਲਿਖਿਆ ਹੋਇਆ ਹੈ, ਤੇ ਉਹ ਪ੍ਰਮਾਣ ਵੀ ਵੈਸੇ ਹੀ ਦਿੰਦਾ ਹੈ। ਦੇਖੋ ਸਾਡੇ ਗੁਰੂਆਂ ਨੇ ਇਹੋ ਹੀ ਤੇ ਦੱਸਿਆ, ਸਿਮਰਨ ਕਰਨ ਵਾਸਤੇ, ਕੀਰਤਨ ਸੁਣਨ ਵਾਸਤੇ, ਬਾਣੀ ਸੁਣਨ ਵਾਸਤੇ ਤੇ ਕਿਹਾ ਹੈ। ਤੇ ਉਹ ਵੈਸੇ ਹੀ ਪ੍ਰਮਾਣ ਕੱਢ ਕੇ ਦਿੰਦਾ ਹੈ। ਲੋਕ ਕਹਿੰਦੇ ਹਨ ਵਾਕਿਆ 'ਚ ਲਿਖਿਆ ਵੀ ਵੈਸਾ ਹੀ ਹੈ ਜੈਸਾ ਇਹ ਕਰ ਰਹੇ ਹਨ, ਤੇ ਠੀਕ ਹੀ ਹੈ। ਤੇ ਕਰਦੇ ਰਹਿੰਦੇ ਹਨ ਬਹੁਤ ਸਾਰੇ ਲੋਕ। ਤੇ ਜਿਹਦੀ ਥੋੜ੍ਹੀ ਜਿਹੀ ਅੰਦਰ ਦੀ ਜਿਹੜੀ ਪਰਮਾਤਮਾ ਦੀ ਪਿਆਸ ਹੈ, ਪਰਮਾਤਮਾ ਦੀ ਚਾਹਤ ਹੈ, ਵੱਧ ਹੁੰਦੀ ਹੈ, ਉਹ ਫਿਰ ਅੱਗੇ ਜਾਂਦਾ ਹੈ ਥੋੜ੍ਹਾ ਜਿਹਾ ਹੋਰ। ਉਹ ਦੇਖਦਾ ਹੈ ਵੀ ਇਹ ਕਰਵਾ ਤੇ ਸਾਰਾ ਕੁਛ ਰਹੇ ਹਨ, ਸਿਮਰਨ ਵੀ ਕਰਵਾਉਂਦੇ, ਧਿਆਨ ਵੀ ਲਵਾਉਂਦੇ, ਕਿੰਨਾ ਜਪ ਤਪ ਵੀ ਕਰਵਾਉਂਦੇ, ਪਰ ਧਿਆਨ ਸੰਸਾਰ ਵੱਲੋਂ ਨਹੀਂ ਹਟ ਰਿਹਾ। ਜਿਹਦੀ ਪਿਆਸ ਪਰਮਾਤਮਾ ਦੀ ਹੋਵੇਗੀ ਉਹਨੂੰ ਇਹ ਪਤਾ ਲੱਗੇਗਾ। ਜਿਹਦੀ ਅਜੇ ਸੰਸਾਰ ਦੀ ਪਿਆਸ ਹੈ, ਜ਼ਿਆਦਾ ਲੋਕ ਇੱਦਾਂ ਹੀ ਕਰ ਰਹੇ ਹਨ, ਸਿਮਰਨ ਧਿਆਨ ਜਪ ਤਪ ਜਿਹੜੇ ਕਰ ਰਹੇ ਹਨ, ਉਹਨਾਂ ਦੀ ਸੰਸਾਰ ਦੀ ਅਜੇ ਪਿਆਸ ਹੈ। ਤਾਂ ਉਹ ਚਾਹੁੰਦੇ ਹਨ ਨਾਲ ਨਾਲ ਧਰਮ ਦੀ ਕਮਾਈ ਵੀ ਕਰੀ ਜਾਈਏ, ਇਹ ਨਾ ਹੋਏ ਨਰਕਾਂ 'ਚ ਹੀ ਪੈ ਜਾਈਏ। ਜਾਂ ਥੋੜ੍ਹੀ ਮਨ ਨੂੰ ਸ਼ਾਂਤੀ ਦੇਣ ਵਾਸਤੇ ਕਈ ਆ ਜਾਂਦੇ ਆ, ਚਲੋ 4 ਦਿਨ ਧਿਆਨ ਕਰਾਂਗੇ, ਸਿਮਰਨ ਕਰਾਂਗੇ, ਥੋੜ੍ਹਾ ਸ਼ਾਂਤੀ ਮਿਲੂਗੀ।
ਗੁਰੂ ਦੀ ਕਿਰਪਾ ਹੋਊਗੀ। ਜਾਂ ਕੁਛ ਕਮਾਈ ਕਰ ਲਈਏ, ਕਈ ਕਮਾਈ ਕਰਨ ਆਉਂਦੇ, ਨਾਮ ਅਭਿਆਸ ਕਮਾਈ, ਇਹੋ ਹੀ ਤਾਂ ਕਰਵਾ ਰਹੇ ਹਨ। ਹੁਣ ਇੱਕ ਹਫ਼ਤਾ ਕਮਾਈ ਕਰਨਗੇ, ਕਈ ਸਾਲ ਬਾਅਦ ਆਉਣਗੇ। ਹੁਣ ਉਹ ਇੱਕ ਹਫ਼ਤੇ ਕਮਾਈ ਦੇ ਨਾਲ ਮਨ ਸ਼ਾਂਤ ਥੋੜ੍ਹੀ ਹੋ ਜਾਵੇਗਾ। ਅਤੇ ਥੋੜ੍ਹਾ ਚਿਰ ਵਾਸਤੇ ਧਿਆਨ ਕਰਨਾ, ਸਿਮਰਨ ਕਰਨ ਨਾਲ ਕੋਈ ਮਹੀਨੇ 'ਚ ਕਰ ਆਇਆ 2-4 ਦਿਨ, ਕੋਈ 6 ਮਹੀਨਿਆਂ 'ਚ, ਕੋਈ ਸਾਲ ਬਾਅਦ। ਇੱਦਾਂ ਥੋੜ੍ਹੀ ਟਿਕਦਾ ਹੈ ਮਨ। ਅਤੇ ਬਾਕੀ ਟਾਈਮ ਉੱਦਾਂ ਹੀ ਉਲਝੇ ਰਹਿੰਦੇ ਹਨ ਸੰਸਾਰ ਵਿੱਚ। ਫਿਰ ਜ਼ਿਆਦਾ ਉਲਝਦਾ ਹੈ ਆਦਮੀ ਜਾ ਕੇ, ਕਿਉਂਕਿ ਧਿਆਨ ਨਾਲ ਥੋੜ੍ਹੀ ਬਹੁਤੀ ਸ਼ਾਂਤੀ ਮਿਲੀ ਹੁੰਦੀ ਨਾ, ਫਿਰ ਜ਼ਿਆਦਾ ਹੀ ਊਰਜਾ ਮਿਲ ਜਾਂਦੀ। ਫਿਰ ਇਹ ਧਾਰਮਿਕ ਲੋਕ ਦੇਖੋ ਕਿੱਦਾਂ ਨੱਠਦੇ ਸੰਸਾਰ 'ਚ, ਉੱਦਾਂ ਹੀ ਧਨ ਵਾਲੇ ਪਾਸੇ ਨੂੰ ਦੌੜਦੇ ਹਨ। ਅਤੇ ਅੰਦਰ ਦੀ ਵਾਸ਼ਨਾ ਘਟਦੀ ਥੋੜ੍ਹੀ ਹੈ ਸਿਮਰਨ ਦੁਆਰਾ। ਦੇਖੋ ਕੋਈ ਅਸਰ ਹੀ ਨਹੀਂ ਹੁੰਦਾ, ਕਿਉਂਕਿ ਸਿਮਰਨ ਪਰਮਾਤਮਾ ਨੂੰ ਪਾਉਣ ਵਾਸਤੇ ਥੋੜ੍ਹੀ ਕਰ ਰਹੇ ਹਨ ਲੋਕ। ਕੋਈ ਸ਼ਾਂਤੀ ਪਾਉਣ ਵਾਸਤੇ, ਕੋਈ ਕਹਿੰਦਾ ਹੈ ਵੀ ਕਾਰੋਬਾਰ ਕਈਆਂ ਦੇ ਨਹੀਂ ਚੱਲਦੇ ਹਨ, ਜਾਂ ਪਰਿਵਾਰਾਂ ਕਲੇਸ਼ ਹੈ, ਜਾਂ ਸਰੀਰਕ ਬਿਮਾਰੀਆਂ ਹਨ। ਐਸੇ ਕਈ ਕਾਰਨ ਹੁੰਦੇ ਹਨ ਧਰਮ ਕਰਮ ਕਰਨ ਦੇ। ਕਈ ਇਹਨਾਂ ਕੰਮਾਂ ਵਾਸਤੇ ਸਿਮਰਨ ਅਭਿਆਸ ਵੀ ਕਰਦੇ ਹਨ ਵੀ ਸਰੀਰਕ ਰੋਗ ਜਿਹੜਾ ਮਿਟ ਜਾਵੇਗਾ, ਜਾਂ ਪਰਿਵਾਰਿਕ ਪ੍ਰੋਬਲਮਾਂ, ਸਮੱਸਿਆਵਾਂ ਇਹ ਖਤਮ ਹੋ ਜਾਣਗੀਆਂ। ਜਿਵੇਂ ਕਈ ਪਾਠ ਕਰਾਉਂਦੇ ਹਨ, ਕਈ ਯੱਗ ਕਰਾਉਂਦੇ ਹਨ, ਕਈ ਹਵਨ ਕਰਾਉਂਦੇ, ਇੱਦਾਂ ਹੀ ਕਈ ਸਿਮਰਨ ਕਰਦੇ। ਅਤੇ ਬਹੁਤ ਲੋਕ ਇਸ ਢੰਗ ਦੇ ਨਾਲ ਕਰ ਰਹੇ ਹਨ ਧਿਆਨ ਵੀ ਜਿਹੜੇ ਸ਼ਿਵਰਾਂ 'ਚ ਵੀ ਜਾਂਦੇ ਹਨ, ਉਹ ਵੀ ਥੋੜ੍ਹੀ ਸ਼ਾਂਤੀ ਵਾਸਤੇ ਮੈਡੀਟੇਸ਼ਨ ਕਹਿੰਦੇ ਕਰ ਆਈ, ਇੰਜੋਏ ਹੋ ਜਾਂਦਾ ਥੋੜ੍ਹਾ ਜਿਹਾ। ਅਤੇ ਸੰਸਾਰ ਤੋਂ ਛੁੱਟਣ ਵਾਸਤੇ ਥੋੜ੍ਹੀ ਕੋਈ ਕਰ ਰਿਹਾ ਹੈ ਧਿਆਨ। ਪਰ ਇਹ ਜਿਹੜਾ ਬਾਹਰੀ ਧਰਮ ਹੈ ਨਾ, ਇਹਦੇ ਨਾਲ ਥੋੜ੍ਹਾ ਜਿਹਾ ਬੈਲੈਂਸ ਬਣਿਆ ਰਹਿੰਦਾ ਹੈ ਸੰਸਾਰ ਦਾ, ਵੀ ਜ਼ਿਆਦਾ ਦੁਰਾਚਾਰ ਨਹੀਂ ਫੈਲਦਾ ਹੈ। ਥੋੜ੍ਹਾ ਜਿਹਾ ਸਦਾਚਾਰੀ ਲੋਕ ਜਿਹੜੇ ਹਨ, ਉਹ ਥੋੜ੍ਹਾ ਜਿਹਾ ਬੈਲੈਂਸ ਰੱਖਦੇ ਹਨ। ਜਿਵੇਂ ਸਮਾਜ ਵੀ ਸੋਚਦਾ ਹੈ ਵੀ ਜ਼ਿਆਦਾ ਬੇਵਿਚਾਰੀ ਚੋਰ ਨਾ ਪੈਦਾ ਹੋ ਜਾਣ, ਅਤੇ ਸਮਾਜ ਦੇ ਵਿੱਚ ਵੀ ਖਿਆਲ ਰੱਖਿਆ ਜਾਂਦਾ ਹੈ। ਇੱਦਾਂ ਹੀ ਧਰਮ ਜਿਹੜਾ ਹੈ ਉਹ ਥੋੜ੍ਹਾ ਬਹੁਤ ਸੰਸਾਰ ਵਿੱਚ ਸ਼ਾਂਤੀ ਬਣਾਈ ਰੱਖਦੇ ਹਨ ਧਾਰਮਿਕ ਲੋਕ। ਅਤੇ ਇਹਦੇ ਵਾਸਤੇ ਥੋੜ੍ਹਾ ਬਹੁਤਾ ਇਹ ਉਪਯੋਗੀ ਵੀ ਹੈ, ਥੋੜ੍ਹੀ ਬਹੁਤੀ ਲੋਕਾਂ ਨੂੰ ਵੀ ਸ਼ਾਂਤੀ ਮਿਲ ਜਾਂਦੀ। ਪਰ ਇਹ ਪਰਮਾਤਮਾ ਨੂੰ ਪਾਉਣ ਵਾਸਤੇ ਥੋੜ੍ਹੀ ਕਰ ਰਹੇ ਹਨ, ਪਰਮਾਤਮਾ ਦੀ ਪਿਆਸ ਨਹੀਂ ਹੈ। ਜਿਹਨੂੰ ਪਰਮਾਤਮਾ ਦੀ ਪਿਆਸ ਹੋਵੇਗੀ ਨਾ, ਉਹ ਸੰਸਾਰ ਵੱਲ ਨੂੰ ਪਿੱਠ ਕਰ ਲੈਂਦਾ ਹੈ। ਅਤੇ ਜਿਹੜਾ ਸੰਸਾਰ ਵੱਲ ਪਿੱਠ ਕਰ ਲੈਂਦਾ ਹੈ ਨਾ, ਉਹ ਹੀ ਪਰਮਾਤਮਾ ਵੱਲ ਚੱਲ ਪੈਂਦਾ ਹੈ। ਅਤੇ ਮੈਂ ਉਹਨੂੰ ਕਹਿ ਰਿਹਾ ਹਾਂ, ਦੂਜਿਆਂ ਨੂੰ ਨਹੀਂ। ਮੈਂ ਕਹਿ ਰਿਹਾ ਹਾਂ ਉਹਨਾਂ ਨੂੰ ਜਿਹੜੇ ਜੀਵਤ ਮਰੋ ਫੁਨ ਜੀਵ ਪੁਨਰਪ ਜਨਮ ਨਾ ਹੋਈ, ਵੀ ਜਿਹੜੇ ਮਰਨ ਨੂੰ ਤਿਆਰ ਹਨ, ਜਿਹੜੇ ਜਿੰਦਾ ਸ਼ਹੀਦ ਹੋਣ ਨੂੰ ਤਿਆਰ ਹਨ। ਮੈਂ ਉਹਨਾਂ ਨੂੰ ਕਹਿ ਰਿਹਾ ਹਾਂ, ਉਹ ਤਾਂ ਬਹੁਤ ਘੱਟ ਹੋਣਗੇ ਨਾ। ਤੁਸੀਂ ਪੁੱਛ ਕੇ ਦੇਖੋ ਧਾਰਮਿਕ ਲੋਕਾਂ ਨੂੰ, ਕੋਈ ਸ਼ਹੀਦ ਹੋਣਾ ਚਾਹੁੰਦਾ ਜਿੰਦਾ, ਸਰੀਰ ਕਰਕੇ ਤਾਂ ਬਹੁਤ ਹੋਣ ਨੂੰ ਤਿਆਰ ਹੋਣਗੇ, ਕਿਉਂਕਿ ਉਹ ਬਾਹਰ ਹੈ, ਉਹਦੇ ਨਾਲ ਹੰਕਾਰ ਦੀ ਵੀ ਪੂਰਤੀ ਹੁੰਦੀ ਹੈ ਜੇ ਬਚ ਕੇ ਆ ਗਏ। ਇੱਧਰ ਕਿਹਾ ਜਾਂਦਾ ਹੈ ਜਿੰਦਾ ਸ਼ਹੀਦ, ਜੀਂਦੇ ਜੀ ਮਰ ਜਾਣਾ, ਜੀਵਤ ਮਰੋ, ਮਰਨਾ ਹੈ। ਮਰਨ ਨੂੰ ਕੌਣ ਤਿਆਰ ਹੈ, ਪੁੱਛੋ ਜਾ ਕੇ। ਕਹਿੰਦੇ ਇੱਦਾਂ ਹੀ ਕਿਸੇ ਨੇ ਗੌਤਮ ਬੁੱਧ ਨੂੰ ਕਿਹਾ ਸੀ, ਤੁਸੀਂ ਨਗਰ ਤੁਰੇ ਫਿਰਦੇ ਹੋ ਨਿਰਵਾਣ ਦੇਣ ਵਾਸਤੇ, ਉੱਦਾਂ ਹੀ ਨਹੀਂ ਦੇ ਦਿੰਦੇ ਲੋਕਾਂ ਨੂੰ, ਵੰਡ ਦਿਓ ਨਿਰਵਾਣ ਮੁਕਤੀ। ਉਹ ਕਹਿੰਦੇ ਜਾਓ ਫਿਰ ਪੁੱਛ ਕੇ ਆਓ ਵੀ ਜਿਹਨੂੰ ਨਿਰਵਾਣ ਚਾਹੀਦਾ ਹੈ ਨਾ, ਉਹਨੂੰ ਨਾਲ ਲੈ ਆਓ, ਆਹ ਕਾਗਜ਼ ਪੈਨਸ਼ਨ ਲੈ ਜਾ, ਪੁੱਛ ਕੇ ਆ ਸਾਰਿਆਂ ਨੂੰ। ਉਹ ਆਦਮੀ ਚਲੇ ਗਿਆ,
ਸਾਰੇ ਨਗਰ 'ਚ ਫਿਰਿਆ, ਪੁੱਛ ਕੇ ਆਇਆ ਇਕੱਲੇ ਇਕੱਲੇ ਨੂੰ। ਉਹਨਾਂ ਨੇ ਕਿਹਾ ਵੀ ਕਿਵੇਂ ਪੁੱਛ ਆਇਆ, ਕਿਸੇ ਨੇ ਨਿਰਵਾਣ ਮੰਗਿਆ? ਉਹ ਕਹਿੰਦਾ ਕਿਸੇ ਨੇ ਨਿਰਵਾਣ ਨਹੀਂ ਮੰਗੀ। ਕਿਸੇ ਨੇ ਕੁਛ ਮੰਗਿਆ, ਕਿਸੇ ਨੇ ਕੁਛ ਮੰਗਿਆ, ਕਿਸੇ ਨੇ ਕਾਰੋਬਾਰ ਮੰਗੇ, ਕਿਸੇ ਨੇ ਪਰਿਵਾਰ ਮੰਗਿਆ, ਕਿਸੇ ਨੇ ਧਨ ਮੰਗਿਆ, ਕਿਸੇ ਨੇ ਕੁਛ ਮੰਗਿਆ, ਕਿਸੇ ਨੂੰ ਕੋਈ ਪ੍ਰੋਬਲਮ, ਕਿਸੇ ਨੂੰ ਕੋਈ ਸਮੱਸਿਆ। ਨਿਰਵਾਣ ਤੇ ਕਿਸੇ ਨੇ। ਨਿਰਵਾਣ ਕੌਣ ਮੰਗਦੇ? ਨਿਰਵਾਣ ਦਾ ਭਾਵ ਹੁੰਦਾ ਮਿਟ ਜਾਣਾ। ਹੁਣ ਮਿਟ ਜਾਣਾ ਵੀ ਕੋਈ ਮੰਗੂਗਾ? ਸੰਸਾਰ ਦੇ ਵਿੱਚ ਜੀਣ ਵਾਸਤੇ ਤੇ ਲੋਕ ਲੱਗੇ ਆ, ਜੀਣ ਵਾਸਤੇ ਹੀ ਤੇ ਸੰਸਾਰ ਦੇ ਵਿੱਚ ਉਲਝੇ ਹਨ। ਤੇ ਧਾਰਮਿਕ ਲੋਕ ਵੀ ਜੀਣ ਵਾਸਤੇ ਹੀ ਧਰਮ ਕਮਾ ਰਹੇ ਹਨ ਵੀ ਚੰਗਾ ਜੀਏ। ਧਾਰਮਿਕ ਲੋਕਾਂ ਦੀ ਖਵਾਇਸ਼ ਹੈ ਵਧੀਆ ਜੀਏ, ਧਾਰਮਿਕ ਹੋ ਕੇ ਜੀਏ, ਲੋਕਾਂ ਨੂੰ ਪਤਾ ਲੱਗੇ ਵੀ ਇਹ ਧਾਰਮਿਕ ਬੰਦਾ ਸੀ। ਧਰਮ ਦਾ ਵੀ ਲੋਕ ਬੜਾ ਪ੍ਰਗਟਾਵਾ ਕਰਦੇ ਹਨ। ਤੋ ਉਹ ਤੇ ਜੀਣਾ ਚਾਹੁੰਦੇ ਹਨ, ਮਰਨਾ ਕੌਣ ਚਾਹੁੰਦਾ ਹੈ ਇੱਥੇ? ਤੇ ਉਹਨਾਂ ਵਾਸਤੇ ਬੋਲਿਆ ਜਿਹੜੇ ਮਰਨ ਨੂੰ ਤਿਆਰ ਹਨ, ਜਿਹੜੇ ਸੀਸ ਤਲੀ ਤੇ ਰੱਖ ਕੇ ਇੱਧਰ ਆਉਣ ਨੂੰ ਤਿਆਰ ਹਨ। ਤੁਸੀਂ ਆਪ ਸੋਚੋ ਥੋੜ੍ਹਾ ਜਿਹਾ, ਸੁਣਨ ਵਾਲੇ। ਸੀਸ ਤਲੀ ਤੇ ਰੱਖ ਕੇ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਕਹਿੰਦੇ ਮਾਰਗ ਪੈਰ ਤਰੀਜੇ, ਸਿਰ ਦੀਜੇ ਕਾਣ ਨਾ ਕੀਜੇ। ਫਿਰ ਪਿੱਛੇ ਨਹੀਂ ਜਾਣਾ, ਸੰਸਾਰ ਮਿਟ ਜਾਣਾ ਹੈ, ਟੋਟਲੀ ਹੀ ਮਿਟ ਜਾਣਾ ਹੈ। ਜੀਂਦੇ ਜੀ ਮਰਨਾ ਹੈ, ਜੀਂਦੇ ਜੀ ਸ਼ਹੀਦ ਹੋਣਾ ਹੈ। ਭਾਈ ਮਾਨ ਜਾਂਗੂ ਕੱਲ੍ਹ ਹੀ ਮੈਂ ਕਹਿ ਰਿਹਾ ਸੀ। ਅਤੇ ਇੱਥੇ ਇਹਨਾਂ ਵਾਸਤੇ ਕਿਹਾ ਜਾ ਰਿਹਾ ਹੈ ਵੀ ਜਿਹੜੇ ਜੀਂਦੇ ਜੀ ਮਰਨ ਨੂੰ ਤਿਆਰ ਹੋਣਗੇ, ਅਤੇ ਜਿਹੜੇ ਮਰ ਜਾਣਗੇ ਜੀਵਤ ਮਰੋ ਮਰੋ ਪੁਨ ਜੀਵੋ, ਪੁਨਰਪ ਜਨਮ ਨਾ ਹੋਈ, ਉਹਨਾਂ ਦਾ ਜਨਮ ਮੁੜ ਕੇ ਨਹੀਂ ਹੋਣਾ। ਇਹ ਆਖਰੀ ਸ਼ੋਰ ਹੈ। ਇਸ ਕਰਕੇ ਧਰਮ ਤੋਂ ਵੀ ਪਾਰ ਦੀ ਗੱਲ ਹੈ। ਧਾਰਮਿਕ ਲੋਕਾਂ ਦੇ ਸਮਝ ਵਿੱਚ ਵੀ ਨਹੀਂ ਆਵੇਗੀ ਇਹ ਗੱਲ, ਕਿਉਂਕਿ ਧਰਮ ਤੋਂ ਵੀ ਪਾਰ ਹੈ। ਇਸ ਕਰਕੇ ਧਾਰਮਿਕ ਲੋਕਾਂ ਦੇ ਸਮਝ ਵਿੱਚ ਨਹੀਂ ਆਵੇਗੀ, ਤਾਂ ਉਹਨਾਂ ਨੂੰ ਸਮਝਾਉਣ ਦੀ ਵੀ ਨਹੀਂ ਲੋੜ ਹੈ। ਤੁਸੀਂ ਸਮਝੋ। ਕਹੋ ਕਬੀਰ ਜੋ ਨਾਮ ਸਮਾਨ ਸੁਣ ਰਿਹਾ ਲਿਵ ਸੋ। ਜਿਹੜਾ ਕਹਿੰਦੇ ਸਮਾ ਗਿਆ ਨਾਮ ਵਿੱਚ, ਉਹ ਸੁੰਨ ਹੋ ਗਿਆ। ਤਾਂ ਉਹਦਾ ਨਾ ਕੋਈ ਧਰਮ ਰਿਹਾ, ਜਾਤੀ ਰਹੀ, ਪਾਤੀ ਰਹੀ, ਕੁਛ ਵੀ ਨਹੀਂ ਰਿਹਾ ਉਹਦਾ। ਉਹ ਤਾਂ ਫਿਰ ਮਿਟ ਗਿਆ ਨਾ। ਇਸ ਕਰਕੇ ਉਹ ਕਿਸੇ ਧਰਮ ਦੀ ਗੱਲ ਹੀ ਨਹੀਂ ਕਰਦਾ। ਤਾਂ ਉਹਦੇ ਵਾਸਤੇ ਸਭ ਕੁਛ ਵਿਅਰਥ ਹੈ। ਖਿਆਲ ਵਿੱਚ ਰੱਖੋ। ਜਿਹੜਾ ਉੱਥੇ ਪਹੁੰਚ ਜਾਂਦਾ ਹੈ ਨਾ, ਸੁਣ ਰਿਹਾ ਲਿਵ, ਉਹਦੇ ਵਾਸਤੇ ਕਰਮ ਧਰਮ ਜੋ ਵੀ ਹੈ ਸਭ ਵਿਅਰਥ ਹੋ ਜਾਂਦਾ ਹੈ। ਦਰਅਸਲ ਉੱਥੇ ਜਾ ਕੇ ਇਹ ਲੋਕ ਬੰਧੇ ਹੋਏ ਹਨ। ਇਹ ਬੰਧਨ ਵੀ ਇੱਕ ਖੇਲ ਲੱਗਦਾ ਹੈ, ਵਾਸਤਵਿਕ ਥੋੜ੍ਹੇ ਹਨ ਬੰਧਨ। ਉਹਨੂੰ ਦਰਅਸਲ ਬੰਧਨਾਂ ਦਾ ਵੀ ਨਹੀਂ ਪਤਾ ਲੱਗਦਾ ਹੈ। ਇਸ ਕਰਕੇ ਉਹਨੂੰ ਮੁਕਤੀ ਦਾ ਵੀ ਨਹੀਂ ਪਤਾ ਲੱਗਦਾ। ਤੁਸੀਂ ਅਗਲੀ ਗੱਲ ਸੁਣੋਗੇ। ਅਗਲੇ ਸ਼ਬਦ ਜੇ ਕਬੀਰ ਜੀ ਕਹਿ ਰਹੇ ਹਨ, ਕਹਿੰਦੇ ਹਨ ਤਾਰਨ ਤਰਨ ਤਬੈ ਲਗ ਕਹੀਏ, ਜਬ ਲਗ ਤਤ ਨਾ ਜਾਣਿਆ। ਅਬ ਤੋ ਬਿਮਲ ਭੈ ਘਟ ਹੀ ਮੈਂ, ਕਹੇ ਕਬੀਰ ਮਨ ਮਾਨੇ। ਕਹਿੰਦੇ ਤਾਰਨ ਤਰਨ ਤਬੇ ਲਗ ਕਹੀਏ, ਜਬ ਲਗ ਤਤ ਨਾ ਜਾਣੇ। ਕਹਿੰਦੇ ਜਿੰਨਾ ਚਿਰ ਤੱਤ ਨਹੀਂ ਜਾਣਿਆ, ਉਹਨਾਂ ਚਿਰ ਤਾਰਨ ਅਤੇ ਤਰਨ ਦੀਆਂ ਗੱਲਾਂ ਕਰਦੇ। ਤਾਰਨਾ ਕਿਹਨੂੰ ਅਤੇ ਤਰਨਾ ਕਿਹਨੇ? ਇਹ ਤਾਂ ਇੱਕੋ ਹੀ ਹੈ। ਇੱਥੇ ਕੋਈ ਬਾਹਰ ਹੈ ਹੀ ਨਹੀਂ। ਤਾਂ ਉੱਥੇ ਜਾ ਕੇ ਮੁਕਤੀ ਦਾ ਵੀ ਨਹੀਂ ਪਤਾ ਲੱਗਦਾ, ਕਿਉਂਕਿ ਅਗਰ ਮੁਕਤੀ ਦਾ ਵੀ ਪਤਾ ਲੱਗ ਰਿਹਾ ਹੈ ਤਾਂ ਫਿਰ ਮੁਕਤ ਨਹੀਂ ਹੈ।
ਇਸ ਕਰਕੇ ਉੱਥੇ ਬੰਧਨਾਂ ਦਾ ਵੀ ਨਹੀਂ ਪਤਾ ਲੱਗਦਾ। ਉੱਥੇ ਬੇਖੁਦੀ ਦਾ ਵੀ ਨਹੀਂ ਪਤਾ ਲੱਗਦਾ, ਮਦਹੋਸ਼ੀ ਦਾ ਵੀ ਨਹੀਂ ਪਤਾ ਲੱਗਦਾ ਹੈ। ਜੇ ਉਹਦਾ ਪਤਾ ਲੱਗ ਰਿਹਾ ਹੈ ਤਾਂ ਸਮਝ ਲਓ ਕਾਫੀ ਹੋਸ਼ ਹੈ। ਮਦਹੋਸ਼ੀ ਦਾ ਹੀ ਪਤਾ ਲੱਗ ਰਿਹਾ, ਉੱਥੇ ਕੁਝ ਵੀ ਪਤਾ ਨਹੀਂ ਲੱਗਦਾ। ਪਤਾ ਖੋ ਜਾਂਦਾ ਹੈ, ਪਤਾ ਕਰਨ ਵਾਲਾ ਹੀ ਖੋ ਜਾਂਦਾ। ਇਸ ਕਾਰਨ ਉਹਦੇ ਵਾਸਤੇ ਸਭ ਕੁਛ ਵਿਅਰਥ ਹੋ ਜਾਂਦਾ ਹੈ। ਫਿਰ ਵੀ ਉਹ ਬੋਲਦਾ ਹੈ, ਫਿਰ ਵੀ ਉਹ ਕਹਿੰਦਾ ਹੈ, ਫਿਰ ਵੀ ਉਹ ਸਮਝਾਉਂਦਾ ਹੈ। ਅਤੇ ਉਹਦੇ ਵਾਸਤੇ ਕੋਈ ਊਚ ਨੀਚ ਨਹੀਂ ਹੈ। ਖਿਆਲ ਵਿੱਚ ਮੈਂ ਐਸਾ ਨਹੀਂ ਕਹਿ ਰਿਹਾ ਹਾਂ ਵੀ ਇਹ ਲੋਕ ਬੁਰੇ ਹਨ, ਇਹਨਾਂ ਨੂੰ ਸੁਧਾਰਨਾ ਹੈ, ਨਹੀਂ। ਸਭ ਆਪਣੀ ਆਪਣੀ ਜਗ੍ਹਾ 'ਤੇ ਜਿਸ ਤਰ੍ਹਾਂ ਲਾਏ ਲੱਗੇ ਹੋਏ, ਮੈਨੂੰ ਕੋਈ ਚਿੰਤਾ ਨਹੀਂ ਹੈ। ਤੁਸੀਂ ਵੀ ਚਿੰਤਾ ਨਾ ਲਓ। ਜਿਹਨੇ ਸੁਣਨਾ ਹੈ ਉਹਨੇ ਸਹਿਜ ਸੁਣ ਲੈਣਾ ਹੈ। ਇੱਧਰ ਇੱਕ ਸਰੀਰ ਦੇ ਵਿੱਚ ਦੀ ਬੋਲ ਰਿਹਾ ਹੈ ਜੋ ਉਹਨੇ ਬੋਲਣਾ ਹੈ, ਉੱਧਰ ਦੂਸਰੇ ਕਿਸੇ ਸਰੀਰ ਦੇ ਵਿੱਚ ਉਹ ਸੁਣੇਗਾ ਜਿਹਦੇ ਵਿੱਚ ਉਹਨੇ ਸੁਣਨਾ ਹੈ। ਜਿਹਦੀ ਯਾਤਰਾ ਪੂਰੀ ਹੋ ਚੁੱਕੀ ਹੈ ਸੰਸਾਰ ਦੀ, ਉਹ ਨਿਕਲੇਗਾ ਨਾ। ਸੰਸਾਰ ਵੀ ਇੱਕ ਸਕੂਲ ਹੈ ਨਾ, ਅਤੇ ਸੰਸਾਰ ਦੀਆਂ ਸਾਰੀਆਂ ਕਲਾਸਾਂ ਪਾਰ ਕਰ ਲਈਆਂ, ਫਿਰ ਧਰਮ ਦੀਆਂ ਕਲਾਸਾਂ ਵੀ ਸਾਰੀਆਂ ਪਾਰ ਕਰ ਲਈਆਂ, ਅਤੇ ਫਿਰ ਇਹ ਸਕੂਲ 'ਚੋਂ ਸੰਸਾਰ ਦੇ ਬਾਹਰ ਨਿਕਲੇਗਾ। ਅਤੇ ਜਿਹੜਾ ਸਾਰੀਆਂ ਕਲਾਸਾਂ ਪਾਰ ਕਰ ਲਵੇਗਾ, ਪਾਸ ਕਰ ਲਵੇਗਾ, ਪਹਿਲਾਂ ਸੰਸਾਰ ਦੀਆਂ ਸੰਸਾਰ ਨੂੰ ਜਾਣ ਲਵੇਗਾ, ਫਿਰ ਧਰਮ ਦੀਆਂ ਧਰਮ ਨੂੰ ਸਾਰੇ ਨੂੰ ਜਾਣ ਲਵੇਗਾ, ਕਰ ਕਰਕੇ ਧਰਮ ਕਰਮ। ਫਿਰ ਜਾਣੇਗਾ ਵੀ ਪਾਖੰਡ ਹੈ ਸਭ ਵਿਅਰਥ ਹੈ, ਸਭ ਝੂਠ ਹੈ, ਸਭ ਕੁਝ ਜਾਣ ਲਵੇਗਾ। ਫਿਰ ਆਸਤੇ ਦੇ ਨਾਲ ਸੰਸਾਰ ਤੋਂ ਬਾਹਰ ਆਵੇਗਾ। ਜਿਵੇਂ ਮੈਂ ਕਹਿੰਦਾ ਪੱਕਿਆ ਫਲ ਡਿੱਗੇਗਾ ਸਿੱਧਾ ਹੀ ਪਰਮਾਤਮਾ ਦੀ ਝੋਲੀ 'ਚ।